ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆਇਆ ਔਰ ਜਿਸ ਤਰ੍ਹਾਂ ਦੇ ਕੋਰਟ 'ਚ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਕੀਤੀ ਹੈ ਤਾਂ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਸੀ ਵੀ ਇਹ ਦੋਨੋਂ ਮਿਲੇ ਹੋਏ ਨੇ ਬਦਲ ਕੇ ਵੀ ਤੇ ਕੈਪਟਨ ਸਾਹਿਬ ਵੀ, ਪਰ ਲੋਕ ਬਹੁਤੇ ਅਜੇ ਮੰਨਣ ਨੂੰ ਤਿਆਰ ਨਹੀਂ ਸੀ। ਲੇਕਿਨ ਹੁਣ ਖੁਦ ਕਾਂਗਰਸੀ ਕਹਿਣ ਲੱਗ ਗਏ ਕਿ ਹਾਂ ਇਹ ਮਿਲੇ ਹੋਏ ਨੇ। ਕੈਪਟਨ ਸਾਹਿਬ ਦੇ ਥੱਲੇ ਜਦੋਂ ਜ਼ਮੀਨ ਨਿਕਲਣੀ ਸ਼ੁਰੂ ਹੋਈ ਤਾਂ ਇਹਨੇ ਘਬਰਾ ਗਏ ਕਿ ਉਹ ਆਪਣਿਆਂ ਦੇ ਖਿਲਾਫ ਹੀ ਕੇਸ ਬਣਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬੜੇ ਵਾਅਦੇ ਕਰਕੇ ਮੁੱਕਰੇ ਨੇ ਉਹਨਾਂ ਨੂੰ ਸਬਕ ਸਿਖਾਉਣ ਲਈ ਵਕਤ ਆ ਗਿਆ ਔਰ 2022 ਦਾ ਵਕਤ ਹੈ। ਮੈਂ ਵੀ ਚਾਹੇ ਬਰਪੁਰਾ ਜੀ ਚਾਹੇ ਸਾਡੇ ਸਾਥੀ ਬਾਕੀ ਨੇ, ਅਸੀਂ ਇੱਕ ਸਿਧਾਂਤ 'ਤੇ ਵੱਖਰੇ ਹੋਏ। ਸ਼੍ਰੋਮਣੀ ਅਕਾਲੀ ਦਲ ਉਹਨਾਂ ਲੀਹਾਂ 'ਤੇ ਆਵੇ ਜਿਸ ਲੀਹਾਂ ਲਈ ਜਿਸ ਤਰ੍ਹਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਕਿਹੜੀਆਂ ਅਜਿਹੀਆਂ ਗੱਲਾਂ ਸੀ ਜਿਹੜੀਆਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇਵਾਂ ਕਰਨਾ ਪਿਆ? ਜਿੰਨੀ SGPC ਚੋਣ ਕਰਪਸ਼ਨ ਚੱਲ ਰਹੀ ਹੈ ਔਰ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਉਹਦਾ ਅਸੀਂ ਵੀ 5-7 ਸਾਲ 'ਚ ਕੋਈ ਉਹਦਾ ਜਵਾਬ ਨਹੀਂ ਦੇ ਸਕੇ ਸੀ, ਕੋਈ ਉਹਦਾ ਰਿਜ਼ਲਟ ਨਹੀਂ ਕੱਢ ਸਕੇ। ਹੁਣ 328 ਸਰੂਪਾਂ ਦਾ ਹੀ ਪਤਾ ਨਹੀਂ ਕਿੱਥੇ ਨੇ ਗੁਰੂ ਮਹਾਰਾਜ ਦੇ, ਜਿਹਦੇ ਕਿ ਸਿਰਫ ਸ਼੍ਰੋਮਣੀ ਕਮੇਟੀ ਛਪਾ ਸਕਦੀ, ਹੋਰ ਕੁਛ ਛਪਾ ਨਹੀਂ ਸਕਦਾ। ਕਮੇਟੀਆਂ ਬਣ ਜਾਂਦੀਆਂ ਨੇ ਤੇ ਉਹਨੂੰ ਠੰਡੇ ਵਾਸਤੇ ਛਪਾ ਦਿੰਦੇ ਨੇ। ਪਿਛਲੇ ਦਿਨੀ ਸੁਖਬੀਰ ਬਾਦਲ ਨੇ ਆਪ ਲਾਈਵ ਹੋ ਕੇ ਕਿਹਾ ਕਿ ਵੀ ਸਾਰੇ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਵੀ ਇਹਨਾਂ ਨੇ ਕੀਤਾ ਨਹੀਂ। ਜੇ ਕਿਸੇ ਕੋਲੇ ਸਬੂਤ ਹੈਗੇ ਤਾਂ ਦੱਸੋ। ਅਸੀਂ ਜਦੋਂ ਵੀ ਬਾਦਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਸਿੱਟ ਬਣੀ ਹੈ, ਤੁਹਾਨੂੰ ਮੈਂ ਵਾਅਦਾ ਕਰਦਾ ਵੀ ਸਿੱਟ ਜਲਦੀ ਫੈਸਲਾ ਵੀ ਕਰੂਗੀ, ਅਸੀਂ ਫੜਾਂਗੇ ਵੀ ਬੰਦਿਆਂ ਨੂੰ, ਅਸੀਂ ਸਜ਼ਾਵਾਂ ਵੀ ਦੇਵਾਂਗੇ। ਲੇਕਿਨ ਉਹ ਸਿੱਟ ਨੇ ਕੋਈ ਫੈਸਲਾ ਨਹੀਂ ਕੀਤਾ। ਹੁਣ ਜਿਹੜੀ ਨਵੀਂ ਸਿੱਟ ਬਣਾਈ ਹੁਣ ਕੁਛ ਗ੍ਰਿਫਤਾਰੀਆਂ ਹੋਈਆਂ ਨੇ ਸਰ। ਉਹੀ ਗ੍ਰਿਫਤਾਰੀਆਂ ਹੋਈਆਂ ਜਿਹੜੀਆਂ ਪਹਿਲਾਂ ਹੋਈਆਂ ਸੀ। ਉਹ ਤਾਂ ਪਹਿਲਾਂ ਵੀ ਜਵਾਨ 'ਤੇ ਚਲੇ ਗਏ ਸੀ, ਉਹਨਾਂ ਨੂੰ ਅਰੈਸਟ ਕਰਨ ਦਾ ਕੀ ਮਤਲਬ ਹੈ? ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਜਪਾ ਦੀ ਗਹਿਰੀ ਸਾਂਝ ਰਹੀ। ਜਦੋਂ ਇਹ ਆਰਡੀਨੈਂਸ ਲਿਆਂਦਾ ਗਿਆ ਉਦੋਂ ਵੀ ਬੀਬੀ ਹਰਸਿਮਰਤ ਕੌਰ ਸੀਗੇ, ਤੇ ਜਦੋਂ ਕੋਈ ਸਟੈਂਡ ਉਦੋਂ ਬਦਲਿਆ ਕਿ ਜਦੋਂ ਲੋਕਾਂ ਦਾ ਰੁਖ ਬਦਲ ਗਿਆ। ਕੇਂਦਰ ਸਰਕਾਰ ਦੀ ਅੜੀ ਮੰਨਦੇ ਹੋ ਜਾਂ ਕੋਈ ਹੋਰ ਕਾਰਨ ਹੈ ਇਹਨਾਂ ਦੇ ਪਿੱਛੇ? ਨਹੀਂ, ਮੈਂ ਤਾਂ ਸਮਝਦਾ ਅੜੀ ਹੋਈ ਆ, ਹੋਰ ਕੋਈ ਨਜ਼ਰ ਨਹੀਂ ਮੈਨੂੰ ਕੋਈ ਗੱਲ ਨਜ਼ਰ ਆਉਂਦੀ। ਫਿਰ 2022 ਦੀਆਂ ਚੋਣਾਂ ਦੇ ਵਿੱਚ ਤੁਸੀਂ 117 ਵਿਧਾਨ ਹਲਕਿਆਂ ਤੋਂ ਲੜੋਗੇ ਚੋਣ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਸੈਲੀਬ੍ਰੇਟ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਸਿਆਸੀ ਗਲਿਆਰਿਆਂ ਵਿੱਚ ਨਵੀਆਂ ਚਰਚਾ ਸ਼ੁਰੂ ਹੋ ਗਈਆਂ ਨੇ, ਚਾਹੇ ਉਹ ਪੰਥਕ ਧਿਰ ਨਾਲ ਜੁੜੀਆਂ ਹੋਣ, ਚਾਹੇ ਲੋਕਾਂ ਦੀਆਂ ਸਹੂਲਤਾਂ ਨਾ ਕੀਤੀਆਂ ਸੱਤਾ ਧਿਰ ਨੇ ਉਹ ਜੁੜੀਆਂ ਹੋਣ। ਨਵੇਂ ਮਸਲੇ ਪ੍ਰਤੀ ਦਿਨ ਆ ਰਹੇ ਨੇ। ਸੱਤਾ ਧਿਰ ਦੇ ਵਜ਼ੀਰਾਂ, MLA ਤੇ ਹੋਰ ਆਗੂਆਂ ਵਿੱਚ ਨਵਾਂ ਹੀ ਸ਼ਸ਼ੋਪੰਜ ਨਜ਼ਰ ਆ ਰਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਕੀ ਮੂੰਹ ਲੈ ਕੇ ਜਾਣਗੇ। ਕਿਉਂਕਿ ਸਿਆਸੀ ਧਿਰ ਵੱਲੋਂ ਚੋਣਾਂ ਤੋਂ ਪਹਿਲਾਂ ਆਉਣ ਵੇਲੇ ਕੀਤੇ ਗਏ ਵਾਅਦੇ, ਸਾਲ ਚੋਣ ਪ੍ਰਕਿਰਿਆ ਜਾਣ ਵਾਲੀ ਹੈ, ਨਵੀਂ ਚੋਣ ਪ੍ਰਕਿਰਿਆ ਆਉਣ ਵਾਲੀ ਹੈ, ਕੁਛ ਵੀ ਨਹੀਂ ਕੀਤਾ ਗਿਆ, ਜਿਸ ਕਰਕੇ ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਉਹ ਸਵੀਕਾਰ ਕਰੋ। ਇਹਨਾਂ ਨੂੰ ਲੈ ਕੇ ਕੁਛ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ। ਸਾਡੇ ਨਾਲ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ, ਉਹ ਵੀ ਪੰਥਕ ਧਿਰ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ। ਉਸ ਤੋਂ ਵੱਖਰੇ ਹੋ ਕੇ ਉਹਨਾਂ ਨਵਾਂ ਇੱਕ ਆਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੁਣ ਦਾ ਪੁਨਰਗਠਨ ਕੀਤਾ ਹੈ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਇਸ ਸਿਆਸੀ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ। ਢੀਂਡਸਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਲਿਬਰੇਟ ਜੀ। ਦੇਖੋ, ਮੈਂ ਇਹ ਮਹਿਸੂਸ ਕਰਦਾ ਕਿ ਹਾਲਾਤ ਦਿਨੋਂ ਦਿਨ, ਜਿਵੇਂ ਤੁਸੀਂ ਵੀ ਬੋਲਦੇ ਕਿਹਾ, ਹਾਲਾਤ ਰੋਜ਼ ਚੇਂਜ ਹੁੰਦੇ ਜਾ ਰਹੇ ਨੇ। ਸਿਆਸੀ ਧਿਰ 'ਚ ਸਭ ਤੋਂ ਵੱਧ ਕਿਉਂ ਜ਼ਿਆਦਾ ਖਲਬਲੀ ਮਚੀ ਹੋਈ ਹੈ ਜੀ, ਉਹਦਾ ਕਾਰਨ ਹੈ ਕਿ ਇਹਨਾਂ ਨੇ ਬੜੇ ਵਾਅਦੇ ਕੀਤੇ ਸੀ ਜੀ, ਔਰ ਉਹ ਵਾਅਦੇ ਕੋਈ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਜੀ। ਔਰ ਖ਼ਾਸ ਕਰਕੇ ਜਦੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆਇਆ ਜੀ, ਔਰ ਜਿਸ ਤਰ੍ਹਾਂ ਦੇ ਕੋਰਟ 'ਚ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਕੀਤੀ ਹੈ ਜੀ, ਉਦੋਂ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਸੀ ਵੀ ਇਹ ਦੋਨੋਂ ਮਿਲੇ ਹੋਏ ਨੇ ਬਦਲ ਕੇ ਵੀ ਤੇ ਕੈਪਟਨ ਸਾਹਿਬ ਵੀ ਜੀ, ਪਰ ਲੋਕ ਬਹੁਤੇ ਅਜੇ ਮੰਨਣ ਨੂੰ ਤਿਆਰ ਨਹੀਂ ਸੀ। ਲੇਕਿਨ ਹੁਣ ਖੁਦ ਕਾਂਗਰਸੀ ਕਹਿਣ ਲੱਗ ਗਏ ਕਿ ਹਾਂ ਇਹ ਮਿਲੇ ਹੋਏ ਨੇ ਤੇ ਇਹਨਾਂ ਨੂੰ ਅਸੀਂ ਹੁਣ ਜਾ ਕੇ 2022 'ਚ ਅਸੀਂ ਕੀ ਜੋ ਲੋਕਾਂ ਨੂੰ ਜਵਾਬ ਦੇਵਾਂਗੇ ਜਦੋਂ ਸਾਡੇ ਤੋਂ ਮੰਗਣਗੇ ਕਿ ਦੱਸੋ ਤੁਸੀਂ ਵਾਅਦੇ ਕੀਤੇ ਸੀ, ਹੁਣ ਕਿੱਥੇ ਗਏ ਹੋ। ਇਸ ਕਰਕੇ ਕੁਦਰਤ ਸੀ ਕਿ ਖਲਬਲੀ ਮਚ ਗਈ ਔਰ ਕੈਪਟਨ ਸਾਹਿਬ ਦੇ ਥੱਲੇ ਜਦੋਂ ਜ਼ਮੀਨ ਨਿਕਲਣੀ ਸ਼ੁਰੂ ਹੋਈ ਤਾਂ ਇਹਨੇ ਘਬਰਾ ਗਏ
ਕਿ ਉਹ ਆਪਣਿਆਂ ਦੇ ਖਿਲਾਫ ਹੀ ਕੇਸ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਉਹਨਾਂ ਨੇ ਉਹਨਾਂ ਦਾ ਪਤਨ ਸ਼ੁਰੂ ਹੋ ਗਿਆ। ਬਾਦਲ ਕਹਿੰਦਾ ਪਹਿਲਾਂ ਪਤਨ ਸ਼ੁਰੂ ਹੋਇਆ, ਹੁਣ ਉਹਨਾਂ ਦਾ ਪਤਨ ਸ਼ੁਰੂ ਹੋਇਆ। ਹਾਲਾਤ ਬੜੇ ਚੇਂਜ ਹੁੰਦੇ ਜਾ ਰਹੇ ਨੇ, ਦਿਨੋਂ ਦਿਨ ਚੇਂਜ ਹੋਣਗੇ। ਔਰ ਜਿਵੇਂ ਹੁਣ ਹਰ ਰੋਜ਼ ਤੁਸੀਂ ਦੇਖਦੇ ਹੋ ਚੇਂਜ ਹੋ ਰਹੀ ਹੈ ਸਾਰਾ ਕੁਛ, ਪਤਾ ਨਹੀਂ ਕਦੋਂ ਕੀ ਹੋ ਜਾਏ। ਪੰਜਾਬ ਦੇ ਹਾਲਾਤ ਐਸੇ ਬਣਦੇ ਜਾ ਰਹੇ ਨੇ ਔਰ ਪੰਜਾਬ ਐਸੇ ਕਿਨਾਰੇ 'ਤੇ ਜਾ ਕੇ ਖੜਾ ਹੋ ਗਿਆ ਜਿੱਥੇ ਕਰਜ਼ਾਈ ਬੇਨਤਹਾ ਹੈ। ਮੇਰੀ ਅਪੀਲ ਹੈ ਨੌਜਵਾਨਾਂ ਨੂੰ, ਹਮੇਸ਼ਾ ਕਰਦਾ ਰਿਹਾ, ਹੁਣ ਵੀ ਕਹਿਣਾ ਚਾਹੂੰਗਾ ਕਿ ਆਓ ਤੁਸੀਂ, ਤੁਹਾਡਾ ਪੰਜਾਬ ਹੈ, ਅਸੀਂ ਤਾਂ ਕੋਈ ਹੁਣ ਇਲੈਕਸ਼ਨ ਨਹੀਂ ਲੜਨੀ, ਨਾ ਬਰਪੁਰਾ ਜੀ ਨੇ ਲੜਨੀ ਹੈ, ਨਾ ਮੈਂ ਲੜਨੀ, ਆਪ ਅਸੀਂ ਕੋਈ ਇਲੈਕਸ਼ਨ ਨਹੀਂ ਲੜਨੀ। ਲੇਕਿਨ ਪੰਜਾਬ ਨੂੰ ਬਚਾਉਣ ਲਈ ਨੌਜਵਾਨ ਅੱਗੇ ਆਉਣ, ਉਹਨਾਂ ਦਾ ਭਵਿੱਖ ਹੈ, ਉਹਨਾਂ ਦਾ ਭਵਿੱਖ ਪੰਜਾਬ ਦੇ ਨਾਲ ਜੁੜਿਆ ਹੋਇਆ, ਅਤੇ ਉਹਨੂੰ ਬਚਾਉਣ ਲਈ ਇੱਕੋ ਤਰੀਕਾ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬੜੇ ਬੜੇ ਵਾਅਦੇ ਕਰਕੇ ਮੁੱਕਰੇ ਨੇ, ਉਹਨਾਂ ਨੂੰ ਸਬਕ ਸਿਖਾਉਣ ਲਈ ਵਕਤ ਆ ਗਿਆ ਔਰ 2022 ਦਾ ਵਕਤ ਹੈ। ਤੁਹਾਡੇ ਕੋਲ ਪ੍ਰਤਾਪ ਸਿੰਘ ਬਾਜਵਾ ਜੀ ਆਏ ਨੇ, ਉਸ ਤੋਂ ਬਾਅਦ ਉਹ ਜਿਹੜੀ ਮੀਟਿੰਗ ਆਪਣੇ ਚੰਨੀ ਸਾਹਿਬ ਦੇ ਘਰ ਬੁਲਾਈ ਗਈ, ਉੱਥੇ ਗਏ ਨੇ, ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਉਹ ਤਾਂ ਮੈਨੂੰ ਵੈਸੇ ਹੀ ਮਿਲਣ ਆ ਗਏ। ਦੇਖੋ ਅਸੀਂ ਹਰ ਰੋਜ਼ ਉੱਥੇ ਰਾਜ ਸਭਾ 'ਚ ਇਕੱਠੇ ਹੁੰਦੇ ਹਾਂ, ਅਸੀਂ ਪਾਰਲੀਮੈਂਟ 'ਚ ਰੋਜ਼ ਜਦੋਂ ਕੁਐਸਚਨ ਆਵਰ ਖਤਮ ਹੋ ਜਾਂਦਾ ਹੈ ਕੌਫੀ ਇਕੱਠੇ ਪੀਂਦੇ ਬੈਠ ਕੇ। ਇਸ ਕਰਕੇ ਕੋਈ ਨਹੀਂ, ਵੀ ਉਹ ਆਏ ਸੀਗੇ ਚੰਡੀਗੜ੍ਹ ਆਏ ਸੀਗੇ, ਉਹਨਾਂ ਨੇ ਕਿਹਾ ਮੇਰੀ ਸਿਹਤ ਦਾ ਪਤਾ ਲੈਣ ਆ ਗਏ। ਉਹ ਇੰਨਾ 5-10 ਮਿੰਟ ਮੇਰੇ ਕੋਲ ਬੈਠੇ, ਵੱਧ ਬੈਠੇ ਵੀ ਨਹੀਂ। ਕਿਤੇ ਇਹ ਤਾਂ ਨਹੀਂ ਜਿਵੇਂ ਤੁਸੀਂ ਸਿੱਧੇ ਰਹੇ ਹੋ ਸਿਆਸਤ ਦੇ ਵਿੱਚ, ਖੇਤਰੀ ਸਿਆਸਤ ਨੂੰ, ਖੇਤਰੀ ਪਾਰਟੀਆਂ ਸਿਆਸਤ ਨੂੰ ਚੰਗੀ ਤਰ੍ਹਾਂ ਸਮਝੋ, ਕਿਤੇ ਕੋਈ ਰਾਏ ਮਸ਼ਵਰਾ ਕਰਨਾ ਹੈ? ਨਹੀਂ, ਮੇਰੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ, ਨਾ ਹੀ ਇਹ ਕੋਈ ਵਕਤ ਹੈਗਾ, ਕਿਉਂਕਿ ਉਹਨਾਂ ਦੀ ਆਪਦੀ ਲੜਾਈ ਹੈ, ਉਹਦੇ 'ਚ ਸਾਡਾ ਕੋਈ ਰੋਲ ਨਹੀਂ ਹੈ। ਚਲੋ, ਹੁਣ ਤੁਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਫਿਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਤੁਸੀਂ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਥਾਪਨਾ ਕੀਤੀ ਹੈ। ਇਸ ਅਕਾਲੀ ਦਲ ਦੀ ਕੀ ਭੂਮਿਕਾ ਰਹੇਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ? ਦੇਖੋ, ਚੋਣਾਂ ਤਾਂ ਇੱਕ ਹਿੱਸਾ ਹੈ ਜੀ। ਸਾਡਾ ਮਕਸਦ ਹੈ ਕਿ ਜਿਸ ਸਿਧਾਂਤ ਲਈ ਅਸੀਂ ਅੱਡ ਹੋਏ ਹਾਂ, ਸਾਡਾ ਕੋਈ ਜਾਤੀ ਨਹੀਂ ਹੈ ਕਿਸੇ ਨਾਲ ਲੜਾਈ, ਸਾਡੀ ਇਹ ਸਿਧਾਂਤਕ ਲੜਾਈ ਹੈ। ਮੈਂ ਵੀ, ਚਾਹੇ ਬਰਪੁਰਾ ਜੀ, ਚਾਹੇ ਸਾਡੇ ਸਾਥੀ ਬਾਕੀ ਨੇ, ਅਸੀਂ ਇੱਕ ਸਿਧਾਂਤ 'ਤੇ ਵੱਖਰੇ ਹੋਏ ਹਾਂ। ਅਸੀਂ ਉਸ ਸਿਧਾਂਤ 'ਤੇ ਅਸੀਂ ਲੜਾਈ ਲੜਨੀ ਹੈ। ਜਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਲੀਹਾਂ 'ਤੇ ਆਉਣ ਦਾ ਯਤਨ ਕਰਾਂਗੇ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਅਸੀਂ ਲੈ ਆਵਾਂਗੇ, ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਲੀਹਾਂ 'ਤੇ ਆਵੇ ਜਿਸ ਲੀਹਾਂ ਲਈ ਜਿਸ ਤਰ੍ਹਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਇਸ ਕਰਕੇ ਅਸੀਂ ਉਸ ਇਸ਼ੂ 'ਤੇ ਆ ਕੇ ਵੱਖਰੇ ਹੋਏ ਹਾਂ ਔਰ ਉਮੀਦ ਹੈ ਕਿ ਅਸੀਂ ਉਸ ਪਾਸੇ ਨੂੰ ਤੁਰਨ ਦਾ ਯਤਨ ਕਰਾਂਗੇ। ਕਿਹੜੀਆਂ ਅਜਿਹੀਆਂ ਗੱਲਾਂ ਸੀ ਜਿਹੜੀਆਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇਵਾਂ ਕਰਨਾ ਪਿਆ? ਦੇਖੋ, ਇੱਕ ਤਾਂ ਜਿੰਨੀ ਕਰਪਸ਼ਨ ਹੋਈ ਹੈ, ਜਿੰਨੀ SGPC 'ਚ ਹੁਣ ਕਰਪਸ਼ਨ ਚੱਲ ਰਹੀ ਹੈ, ਔਰ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਉਹਦਾ ਅਸੀਂ ਵੀ 5-7 ਸਾਲ 'ਚ ਕੋਈ ਉਹਦਾ ਜਵਾਬ ਨਹੀਂ ਦੇ ਸਕੇ ਸੀ, ਕੋਈ ਉਹਦਾ ਰਿਜ਼ਲਟ ਨਹੀਂ ਕੱਢ ਸਕੇ ਜੀ। ਇਸ ਤੋਂ ਇਲਾਵਾ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਉਦੋਂ ਸ਼ਹੀਦ ਹੋ ਗਏ ਨੇ ਗੋਲੀਆਂ ਨਾਲ, ਬੇਕਸੂਰ ਸਨ, ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿਵਾ ਸਕੇ। ਇਸ ਕਰਕੇ ਉਹਨਾਂ ਤੋਂ ਵੱਖਰੇ ਹੋਣ ਲਈ ਹੁਣ ਕੀ ਹੈ ਕਿ ਰੋਜ਼ ਨਵੇਂ ਤੋਂ ਨਵਾਂ ਕੋਈ ਸਕੈਂਡਲ ਆਉਂਦਾ SGPC ਦਾ। ਹੁਣ 328 ਸਰੂਪਾਂ ਦਾ ਹੀ ਪਤਾ ਨਹੀਂ ਕਿੱਥੇ ਨੇ ਗੁਰੂ ਮਹਾਰਾਜ ਦੇ, ਜਿਹਦੇ ਕਿ ਸਿਰਫ ਸ਼੍ਰੋਮਣੀ ਕਮੇਟੀ ਛਪਾ ਸਕਦੀ ਹੈ, ਹੋਰ ਕੁਛ ਛਪਾ ਨਹੀਂ ਸਕਦਾ। ਅਤੇ ਉਹ ਤਾਂ ਕੋਈ ਕਮੇਟੀਆਂ ਬਣੀਆਂ, SGPC ਦੀਆਂ ਕਮੇਟੀਆਂ ਬਣ ਜਾਂਦੀਆਂ। ਸਾਡੇ SGPC ਮੈਂਬਰ ਕੱਲ੍ਹ ਮੀਟਿੰਗ 'ਚ ਆਏ ਸੀਗੇ, ਸ਼ਾਹ ਮਿੱਠੂ ਸਿੰਘ ਕਾਨੇਕੇ, ਉਹਨੇ ਕਿਹਾ ਜੀ ਕਮੇਟੀਆਂ ਬਣ ਜਾਂਦੀਆਂ ਨੇ ਅਤੇ ਉਹਨੂੰ ਠੰਡੇ ਬਸਤੇ 'ਚ ਪਾ ਦਿੰਦੇ ਨੇ। ਔਰ ਡੇਢ ਸਾਲ ਦੀ ਕਾਲਜਾਂ ਦੇ ਸਟਾਫ ਨੂੰ ਪੈਸਾ ਨਹੀਂ ਮਿਲਿਆ, ਤਨਖਾਹਾਂ ਨਹੀਂ ਮਿਲੀਆਂ, ਲੇਕਿਨ ਨਵੇਂ ਤੋਂ ਨਵੇਂ ਰੱਖੇ ਜਾ ਰਹੇ ਨੇ, ਹੋਰ ਪਾਸੇ ਹੋ ਰਹੀਆਂ। ਇਸ ਤੋਂ ਇਲਾਵਾ ਰਾਜਨੀਤਿਕ ਤੌਰ 'ਤੇ ਜੋ ਪੱਠਾ ਬੈਠਿਆ ਹੈ, ਜੋ ਹੁਣ ਵੀ ਉਵੇਂ ਜਿਵੇਂ ਚੱਲ ਰਿਹਾ, ਉਹਦਾ ਬਦਲ ਲੈਣ ਲਈ ਅਸੀਂ ਨੌਜਵਾਨਾਂ ਨੂੰ ਲਾਮਬੰਦ ਵੀ ਕਰਾਂਗੇ। ਤੁਸੀਂ ਨੌਜਵਾਨਾਂ ਨੂੰ ਜ਼ਿਆਦਾ ਲਾਮਬੰਦ ਕਰੋਗੇ? ਤੇ ਤੁਸੀਂ ਸਮਝਦੇ ਹੋ ਵੀ ਹੁਣ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਇਹੋ ਜਿਹੇ ਮਸਲਿਆਂ ਦੇ? ਹੁਣ ਵਕਤ ਨੌਜਵਾਨਾਂ ਦਾ, ਉਹਨੂੰ ਜੇ ਉਹ ਨੌਜਵਾਨ ਨਾ ਉੱਠੇ, ਅਜੇ ਵੀ ਨਾ ਸਮਝੇ, ਅਤੇ ਉਹਨਾਂ ਦਾ ਭਵਿੱਖ ਖਤਰੇ 'ਚ, ਹੋਰ ਜ਼ਿਆਦਾ ਖਤਰੇ 'ਚ ਪੈ ਜਾਏਗਾ। ਤੁਹਾਡੀ ਇਹ ਗੱਲ ਕਿਤੇ ਨਾ ਕਿਤੇ ਇਸ਼ਾਰਾ ਕਰਦੀ ਹੈ ਕਿ ਜੇ ਤੁਸੀਂ ਚੋਣਾਂ 'ਚ ਉਤਰੋਗੇ ਤਾਂ ਨੌਜਵਾਨਾਂ ਦੀ ਉਮੀਦਵਾਰੀ ਜਾਂ ਭਾਗੀਦਾਰੀ ਜ਼ਿਆਦਾ ਹੋ ਸਕਦੀ? ਜ਼ਿਆਦਾ ਹੋਊਗੀ, ਨੈਚੁਰਲੀ ਜ਼ਿਆਦਾ ਹੋਏਗੀ, ਕਿਉਂਕਿ ਅਸੀਂ ਤਾਂ ਆਪ ਤਾਂ ਇਲੈਕਸ਼ਨ ਨਹੀਂ ਲੜਨੀ। ਜਿਹੜੇ ਮਸਲੇ ਦੀ ਆਪਾਂ ਗੱਲ ਕਰਦੇ ਹਾਂ, ਬੇਅਦਬੀ ਮਾਮਲੇ ਦੀ, ਕੋਟਪੁਰੀ ਕਾਂਡ ਦੀ,
ਪਿਛਲੇ ਦਿਨੀ ਸੁਖਬੀਰ ਬਾਦਲ ਨੇ ਆਪ ਲਾਈਵ ਹੋ ਕੇ ਕਿਹਾ ਕਿ ਵੀ ਸਾਰੇ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਵੀ ਇਹਨਾਂ ਨੇ ਕੀਤਾ ਨਹੀਂ, ਜੇ ਕਿਸੇ ਕੋਲੇ ਸਬੂਤ ਹੈਗੇ ਤਾਂ ਦੱਸੋ। ਉਹਨੂੰ ਤੁਸੀਂ ਮੈਂ ਇਹ ਨਹੀਂ ਕਹਿੰਦਾ, ਮੈਂ ਤਾਂ ਕਦੇ ਨਹੀਂ ਕਿਹਾ ਵੀ ਉਹਨਾਂ ਨੇ ਕੀਤਾ। ਮੈਂ ਕਿਹਾ ਇਨਸਾਫ ਦੇਣਾ ਚਾਹੀਦਾ। ਇਨਸਾਫ ਆਪੇ ਕਿਹਨੇ ਕੀਤਾ ਤੇ ਆਪਣੇ ਆਪ ਤਾਂ ਨਹੀਂ ਹੋਇਆ। ਇਹਨਾਂ ਦੀ ਸਰਕਾਰ ਰਹੀ, ਸੁਖਬੀਰ ਸਿੰਘ ਹੋਮ ਮਿਨਿਸਟਰ ਰਹੇ ਨੇ, ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹਨੇ ਕੀਤਾ, ਕਿਵੇਂ ਹੋਇਆ ਹੈ। ਕੁਛ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ, ਬਾਅਦ ਚ ਉਹਨਾਂ ਨੂੰ ਮੇਰੇ ਹਿਸਾਬ ਨਾਲ ਛੱਡ ਹੁਣ ਨਵੀਂ ਸਿੱਟ ਆਈ ਹੈ, ਉਹਨੇ ਵੀ ਉਹੀ ਗ੍ਰਿਫਤਾਰ ਕਰ ਲਏ ਜਿਹੜੇ ਪਹਿਲਾਂ ਜ਼ਮਾਨਤਾਂ ਹੋਈਆਂ। ਤੁਸੀਂ ਇਹ ਸਾਰੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ? ਤੁਸੀਂ ਸ਼੍ਰੋਮਣੀ ਅਕਾਲੀ ਦਲ ਰਹੇ, ਉਦੋਂ ਸਰਕਾਰ ਦੇ ਵਿੱਚ ਵੀ ਰਹੇ ਤੇ ਉਦੋਂ ਵੀ ਸਮਾਂ ਲੰਘ ਗਿਆ। ਉਸ ਤੋਂ ਬਾਅਦ ਕੈਪਟਨ ਸਰਕਾਰ ਆਈ, ਇਸੇ ਮਸਲੇ ਦਾ ਕਹਿ ਕੇ ਲੋਕਾਂ ਨੂੰ ਵੀ ਅਸੀਂ ਇਨਸਾਫ ਦਿਵਾਵਾਂਗੇ, ਤੇ ਉਹ ਮਸਲਾ ਫਿਰ ਵੀ ਉੱਥੇ ਦਾ ਉੱਥੇ। ਦੇਖੋ, ਅਸੀਂ ਜਦੋਂ ਸਰਕਾਰ ਸਿਆਸੀ ਧਿਰਾਂ ਕਿਤੇ ਨਾ ਕਿਤੇ ਇਹਨੂੰ ਸਿਰਫ ਚੁਣਾਵੀ ਮਸਲਾ ਹੀ ਬਣਾਉਣ ਦੀ ਲੱਗੀਆਂ ਹੋਈਆਂ ਜਾਂ ਨਹੀਂ? ਚੁਣਾਵੀ ਮਸਲਾ ਨਹੀਂ। ਅਸੀਂ ਜਦੋਂ ਵੀ ਸਰਕਾਰ 'ਚ ਜਦੋਂ ਵੀ ਅਸੀਂ ਰੂਲਿੰਗ ਪਾਰਟੀ ਦੇ ਮੈਂਬਰ ਰਹੇ, ਅਸੀਂ ਜਦੋਂ ਵੀ ਬਾਦਲ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਕਿਹਾ ਸਿੱਟ ਬਣੀ ਹੈ, ਤੁਹਾਨੂੰ ਮੈਂ ਵਾਅਦਾ ਕਰਦਾ ਵੀ ਸਿੱਟ ਜਲਦੀ ਫੈਸਲਾ ਵੀ ਕਰੂਗੀ ਜੀ, ਅਸੀਂ ਫੜਾਂਗੇ ਵੀ ਬੰਦਿਆਂ ਨੂੰ, ਅਸੀਂ ਸਜ਼ਾਵਾਂ ਵੀ ਦੇਵਾਂਗੇ। ਲੇਕਿਨ ਉਹ ਸਿੱਟ ਨੇ ਕੋਈ ਫੈਸਲਾ ਨਹੀਂ ਕੀਤਾ। ਅਤੇ ਨਵੀਂ ਸਰਕਾਰ ਬਣ ਗਈ, ਇਹਨਾਂ ਨੇ ਵੀ ਇੱਕ ਸਿੱਟ ਬਣਾਤੀ, ਉਹਨੇ ਵੀ ਕੋਈ ਫੈਸਲਾ ਨਹੀਂ ਕੀਤਾ। ਜੋ ਫੈਸਲਾ ਹੋਇਆ, ਜਿਹਨੇ ਅਸਲੀ ਮਿਹਨਤ 'ਚ ਕੀਤਾ, 2 ਕਮਿਸ਼ਨ ਬਣ ਗਏ। ਇੱਕ ਸਾਡੇ ਵੇਲੇ ਬਣਿਆ, ਉਹਦੀ ਰਿਪੋਰਟ ਪਤਾ ਨਹੀਂ ਕਿੱਥੇ ਗਈ, ਉਹਦੀ ਰਿਪੋਰਟ ਲੈਣ ਹੀ ਨਹੀਂ ਆਏ। ਅਤੇ ਹੁਣ ਇਹਨਾਂ ਦੇ ਰਣਜੀਤ ਸਿੰਘ ਕਮਿਸ਼ਨ ਬਣਿਆ, ਉਹਦੀ ਰਿਪੋਰਟ ਕੈਪਟਨ ਸਾਹਿਬ ਨੇ ਪਤਾ ਨਹੀਂ ਕਿੱਥੇ ਰੋਲਤੀ। ਇਸ ਕਰਕੇ ਉਹ ਕਮਿਸ਼ਨਾਂ ਦੀ ਕੋਈ ਰਿਪੋਰਟ ਨਹੀਂ, ਹਾਲਾਂਕਿ ਰਿਟਾਇਰਡ ਜੱਜ ਸੀ ਦੋਨੋਂ, ਅਤੇ ਉਹਨਾਂ ਦੀ ਰਿਪੋਰਟਾਂ 'ਤੇ ਕੋਈ ਫੈਸਲਾ ਨਹੀਂ ਹੋਇਆ। ਹੁਣ ਮੈਨੂੰ ਦੱਸੋ ਵੀ ਹੋਰ ਕੌਣ ਕਰੇਗਾ ਜੇ ਉਹਨਾਂ ਦੀ ਰਿਪੋਰਟਾਂ ਨਹੀਂ ਪੜ੍ਹਨਗੇ, ਉਹਨਾਂ ਦੀ ਫਾਈਂਡਿੰਗਸ ਨਹੀਂ ਪੜ੍ਹਨਗੇ ਜੀ, ਅਤੇ ਫਿਰ ਕੀ ਤੁਸੀਂ ਅੰਦਾਜ਼ਾ ਲੱਗ ਸਕਦੇ ਹੋ ਵੀ ਉੱਥੇ ਕੋਈ ਇਨਸਾਫ ਨਹੀਂ? ਐਨੇ ਕਮਿਸ਼ਨਰ ਨੇ ਰਿਪੋਰਟ ਪੇਸ਼ ਕਰਤੀ, ਇਹ ਅਮਲ ਕਿਉਂ ਨਹੀਂ ਹੋ ਰਿਹਾ ਉਹਨਾਂ 'ਤੇ? ਇੱਕ ਜਸਟਿਸ ਰਣਜੀਤ ਸਿੰਘ ਵਾਲੀ ਤਾਂ ਟੇਬਲ ਵੀ ਹੋਈ ਵਿਧਾਨ ਸਭਾ ਦੇ ਵਿੱਚ, ਟੇਬਲ ਵੀ ਹੋਈ ਹੈ, ਉਹ ਵੀ ਮਤਲਬ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਰਿਪੋਰਟ 'ਚ ਕੀ ਹੈ ਜਿਹੜੀ ਪਹਿਲੀ ਹੈ ਨਾ। ਰਣਜੀਤ ਸਿੰਘ ਵਾਲੀ ਵੀ ਟੇਬਲ ਹੋਈ ਹੈ, ਪਰ ਉਹ 'ਤੇ ਕੋਈ ਐਕਸ਼ਨ ਹੋਇਆ? ਹੁਣ ਜਿਹੜੀ ਨਵੀਂ ਸਿੱਟ ਬਣਾਈ, ਹੁਣ ਕੁਛ ਗ੍ਰਿਫਤਾਰੀਆਂ ਹੋਈਆਂ ਨੇ ਸਰ। ਉਹੀ ਗ੍ਰਿਫਤਾਰੀਆਂ ਹੋਈਆਂ ਜਿਹੜੀਆਂ ਪਹਿਲਾਂ ਹੋਈਆਂ ਸੀ ਜੀ। ਉਹ ਤਾਂ ਪਹਿਲਾਂ ਵੀ ਜਵਾਨ 'ਤੇ ਚਲੇ ਗਏ ਸੀ। ਉਹਨਾਂ ਨੂੰ ਅਰੈਸਟ ਕਰਨ ਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਰਲੇ ਮਿਲੇ ਹੋਏ ਸਾਰਾ ਕੁਛ ਉਹੀ ਕੁਛ ਹੋ ਰਿਹਾ ਜੋ ਪਹਿਲਾਂ ਹੋ ਰਿਹਾ ਸੀ। ਹੁਣ ਤੁਸੀਂ ਇਸ ਚੁਣਾਵੀ ਸਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਨਵਾਂ ਆਪਣਾ ਦਲ ਵੀ ਸਥਾਪਿਤ ਕਰ ਲਿਆ, ਪਹਿਲਾਂ ਇੱਕ ਰੌਲਾ ਰਿਹਾ ਸੀ ਚੋਣ ਨਿਸ਼ਾਨ ਦਾ, ਉਹ ਮਸਲਾ ਹੋ ਗਿਆ? ਉਹ ਤਾਂ ਹੋ ਜਾਊਗਾ, ਉਹ ਤਾਂ ਕਿਉਂਕਿ ਇਹ ਅਸੀਂ ਉਹੀ ਨਾਂ ਰੱਖਿਆ ਜਿਹੜਾ ਨਿਸ਼ਾਨ ਪਹਿਲਾਂ ਕੋਈ ਰਜਿਸਟਰਡ ਬਾਡੀ ਨਹੀਂ ਹੈ। ਹੁਣ ਪਰ ਤੁਸੀਂ ਇਹ ਕਿਸਾਨ ਅੰਦੋਲਨ ਤੋਂ ਪ੍ਰਭਾਵ ਆਇਆ ਹੈ ਕਿ ਜੇ ਪੰਜਾਬ ਦੀ ਗੱਲ ਕਰਨੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ, ਤਾਂ ਖੇਤਰੀ ਪਾਰਟੀ ਹੀ ਕਰ ਸਕਦੀ ਹੈ। ਕੇਂਦਰ ਦੀਆਂ ਪਾਰਟੀਆਂ ਜਿਵੇਂ ਹੁਣ 3 ਖੇਤੀ ਕਾਨੂੰਨ ਆ, ਉਹਨਾਂ 'ਤੇ ਗੌਰ ਹੀ ਨਹੀਂ ਹੋ ਰਿਹਾ। ਉਹ ਕਿੰਨੇ ਚਿਰ ਤੋਂ 6 ਮਹੀਨੇ ਹੋ ਜਾਣੇ, 26 ਤਰੀਕ ਨੂੰ, ਅਤੇ ਉਦੋਂ ਤੱਕ ਉਹ ਮਸਲਾ ਉੱਥੇ ਦਾ ਉੱਥੇ ਲਟਕਿਆ ਹੈ। ਤੁਸੀਂ ਕਿਸਾਨੀ ਅੰਦੋਲਨ ਦੇ ਪ੍ਰਭਾਵ ਤੋਂ ਲੈ ਕੇ ਖੇਤਰੀ ਪਾਰਟੀ ਤਾਂ ਨਹੀਂ ਸਥਾਪਿਤ ਕੀਤੀ ਦੁਬਾਰਾ? ਨਹੀਂ, ਅਸੀਂ ਪ੍ਰਭਾਵਿਤ ਨਹੀਂ ਹੈ। ਦੇਖੋ, ਜਿਹੜਾ ਕਿਸਾਨੀ ਦਾ ਮਸਲਾ ਹੈ ਜੀ, ਉਹ ਪੰਜਾਬ ਨਾਲ ਬਹੁਤ ਜੁੜੇ ਕਿਸਾਨ ਨੇ। ਪੰਜਾਬ ਦੇ ਕਿਸਾਨ ਨੇ ਇਸ ਦੇਸ਼ ਦੇ ਅੰਨ ਭੰਡਾਰ ਭਰੇ ਜੀ। ਇਸ ਦੇਸ਼ ਨੂੰ ਜਦੋਂ ਜ਼ਰੂਰਤ ਪਈ ਇੱਕ ਅੰਨ ਦੀ, ਜਦੋਂ ਬਾਹਰੋਂ ਜਾ ਕੇ ਸਾਰੀ ਦੁਨੀਆ 'ਚ ਫਿਰਦਾ ਸੀ ਝੋਲੀ ਅੱਡੀ ਕੇ ਸਾਨੂੰ ਚਾਹੀਦਾ, ਉਦੋਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਅਤੇ ਅੰਨ ਦੇ ਭੰਡਾਰ ਹੀ ਨਹੀਂ ਭਰੇ ਬਲਕਿ ਐਕਸਪੋਰਟ ਕਰਨਾ ਸ਼ੁਰੂ ਕੀਤਾ। ਅਤੇ ਅੱਜ ਉਸੇ ਕਿਸਾਨ ਦੀ ਇਹ ਹਾਲਤ ਹੈ, ਕਿਉਂਕਿ ਉਦੋਂ ਪੰਜਾਬ ਅਤੇ ਹਰਿਆਣਾ ਇਕੱਠੇ ਸੀ। ਅੱਜ ਪੰਜਾਬ ਅਤੇ ਹਰਿਆਣੇ ਦੀ ਇਹ ਹਾਲਤ ਹੈ ਜੋ ਕੁਝ ਆਪਾਂ ਦੇਖ ਰਹੇ ਹਾਂ ਜੀ। 6 ਮਹੀਨੇ ਨਹੀਂ, ਜੇ ਟੋਟਲ ਲਾਈਏ ਤਾਂ 9 ਮਹੀਨਿਆਂ ਤੋਂ ਉਹ ਐਜੀਟੇਸ਼ਨ ਚੱਲ ਰਹੀ ਹੈ ਉਹਨਾਂ ਦੀ, ਪਰ ਅਜੇ ਤੱਕ ਉਹਨਾਂ ਦੀ ਕੋਈ ਸੱਦ ਪੁੱਛ ਨਹੀਂ ਕਰ ਰਿਹਾ। 3 ਖੇਤੀ ਕਾਨੂੰਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰੀ ਕਿ ਭਾਜਪਾ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਦੀ ਅਤੇ ਭਾਜਪਾ ਦੀ ਗਹਿਰੀ ਸਾਂਝ ਰਹੀ ਹੈ। ਜਦੋਂ ਇਹ ਆਰਡੀਨੈਂਸ ਲਿਆਂਦਾ ਗਿਆ ਉਦੋਂ ਵੀ ਬੀਬੀ ਹਰਸਿਮਰਤ ਕੌਰ ਸੀਗੇ, ਅਤੇ ਜਦੋਂ ਕੋਈ ਸਟੈਂਡ ਉਦੋਂ ਬਦਲਿਆ ਕਿ ਜਦੋਂ ਲੋਕਾਂ ਦਾ ਰੁੱਖ ਬਦਲ ਗਿਆ। ਇਸ ਸਾਰੇ ਪ੍ਰਕਿਰਿਆ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਮੈਂ ਤਾਂ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ ਜੀ, ਜਦੋਂ ਆਰਡੀਨੈਂਸ ਹੋਏ ਨੇ, ਜੇ ਬਿੱਲ ਨਹੀਂ ਸੀ, ਐਕਟ ਨਹੀਂ ਸੀ ਬਣੇ, ਅਤੇ ਉਹਦੇ ਮੈਂ ਚਿੱਠੀ ਲਿਖੀ ਸੀ ਕਿ ਬੜੇ ਖਤਰਨਾਕ ਨੇ ਕਿਸਾਨਾਂ ਲਈ, ਇਹਨੂੰ ਤੁਸੀਂ ਵਿਡਰਾ ਕਰ ਲਓ, ਇਹਨੂੰ ਨਾ ਲਾਗੂ ਕਰੋ।
ਪਰ ਉਹਨਾਂ ਨੇ ਨਹੀਂ ਮੰਨਿਆ। ਚਲੋ ਸਾਡੀ ਚਿੱਠੀ ਦੀ ਕਿਹੜੀ ਵੱਡੀ ਬੁਕਤ ਨਹੀਂ ਸਮਝੀ ਗਈ। ਲੇਕਿਨ ਮੈਂ ਸਮਝਦਾ ਕਿ ਆਪ ਮਹਿਸੂਸ ਕਰਦੇ ਆ ਜੇ ਕਿਸਾਨ ਕਹਿੰਦੇ ਕਿਸਾਨਾਂ ਦੇ ਹੱਕ 'ਚ ਨੇ, ਜੇ ਕਿਸਾਨ ਹੀ ਕਹਿੰਦੇ ਨੇ ਵੀ ਸਾਡੇ ਹੱਕ 'ਚ ਨਹੀਂ ਹੈ, ਇਹਨੂੰ ਬੰਦ ਕਰੋ, ਤੇ ਫਿਰ ਹੋਰ ਦੱਸੋ ਕਿਹਦੇ ਲਈ ਬਣਾਏ ਨੇ? ਉਹ ਕਿਸਾਨਾਂ ਲਈ ਬਣਾਏ ਨੇ ਨਾ। ਕਿਸਾਨਾਂ ਨੂੰ ਉਹ ਪਸੰਦ ਨਹੀਂ ਤੇ ਵਿਡਰਾ ਕਰ ਲੈਣੇ ਚਾਹੀਦੇ। ਫਿਰ ਹੁਣ ਤੁਸੀਂ ਸਰਕਾਰ, ਕੇਂਦਰ ਸਰਕਾਰ ਦੀ ਅੜੀ ਮੰਨਦੇ ਹੋ ਜਾਂ ਕੋਈ ਹੋਰ ਕਾਰਨ ਹੈ ਇਹਨਾਂ ਦੇ ਪਿੱਛੇ? ਨਹੀਂ, ਮੈਂ ਤਾਂ ਸਮਝਦਾ ਅੜੀ ਹੋਈ ਆ, ਹੋਰ ਕੋਈ ਨਜ਼ਰ ਨਹੀਂ ਮੈਨੂੰ ਕੋਈ ਗੱਲ ਨਜ਼ਰ ਆਉਂਦੀ। ਇਹ ਕਿਸਾਨ ਅੰਦੋਲਨ ਦਾ ਨਤੀਜਾ ਕੀ ਹੋ ਸਕਦਾ ਹੁਣ ਤੱਕ? 2022 ਤੱਕ ਕੋਈ ਸੰਭਾਵਨਾ ਹੈ ਸਰ? ਦੇਖੋ, ਬਹੁਤ ਵੱਡਾ ਰੋਲ ਹੋਏਗਾ ਕਿਸਾਨਾਂ ਦਾ ਵੀ। ਜੀ। ਕਿੰਨਾ ਕੁ ਰੋਲ ਅਦਾ ਕਰ ਸਕਣਗੇ ਉਹ ਵੱਖਰੀ ਗੱਲ ਹੈ 2022 ਦੀਆਂ ਇਲੈਕਸ਼ਨਾਂ 'ਚ। ਉਹ ਰੋਲ ਵਕਤ, ਮੈਂ ਜਿਵੇਂ ਕਿਹਾ ਵੀ ਹਰ ਰੋਜ਼ ਸਿਚੁਏਸ਼ਨ ਚੇਂਜ ਹੁੰਦੀ ਜਾ ਰਹੀ ਹੈ ਪੰਜਾਬ ਦੀ। ਜਿਹੜੇ ਲੋਕਾਂ ਨੇ ਹਾਈ ਕੋਰਟ ਦੇ ਫੈਸਲੇ 'ਤੇ ਬੜੀਆਂ ਤਾੜੀਆਂ ਮਾਰੀਆਂ, ਲੱਡੂ ਵੰਡੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਅਸਲੀ ਅਦਾਲਤ ਸਾਡੀ, ਉਹ ਅਦਾਲਤ ਤਾਂ ਲੋਕਾਂ ਦੀ ਹੈ। ਉਹ ਲੋਕਾਂ ਜਾ ਕੇ ਫੈਸਲਾ ਕਰਨਾ, ਲੋਕਾਂ ਨੇ ਫੈਸਲਾ ਕਰਨਾ 2022 ਜਾ ਕੇ ਕਿ ਕੌਣ ਠੀਕ ਸੀ ਕੌਣ ਗਲਤ ਸੀ। ਚਲੋ ਤੁਸੀਂ ਇੱਕ ਦੱਸੋ, ਸ਼੍ਰੋਮਣੀ ਅਕਾਲੀ ਦਲ ਤੋਂ ਵੀ ਕਿਤੇ ਨਾ ਕਿਤੇ ਲੋਕ ਨਾਰਾਜ਼ ਨੇ ਕਿਉਂਕਿ ਉਹਨਾਂ ਨੇ ਰੁਖ ਬਦਲ ਲਿਆ ਮਾਹੌਲ ਬਦਲਦੇ ਨੂੰ ਦੇਖ ਕੇ। ਕੈਪਟਨ ਸਰਕਾਰ ਦਾ ਇੱਕ ਵੱਖਰਾ ਰੁਖ ਹੈ। ਤੁਸੀਂ ਕੀ ਸਮਝਦੇ ਜਿਹੜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਥਾਪਿਤ ਕੀਤਾ ਹੈ, ਉਹ ਕਿਸਾਨ ਤੁਹਾਡੇ ਗੱਲ ਜਾਂ ਤੁਹਾਡੇ ਨਾਲ ਜੁੜਨਗੇ? ਨਹੀਂ, ਇਹ ਮੈਂ ਅੱਜ ਨਹੀਂ ਕਹਿ ਸਕਦਾ, ਇਹ ਤਾਂ ਕਿਸਾਨਾਂ 'ਤੇ ਹੈ। ਪਰ ਅਸੀਂ ਕੋਈ ਐਸਾ ਸਾਡੀ ਪਾਰਟੀ ਨੇ ਨਾ ਪਹਿਲਾਂ ਜਦੋਂ ਅੱਡ ਸੀ ਅਸੀਂ ਨਾ ਉਦੋਂ ਕੀਤਾ ਨਾ ਹੁਣ ਕਰਾਂਗੇ। ਅਸੀਂ ਕਿਸਾਨਾਂ ਦੇ ਹੱਕ 'ਚ ਹੀ ਹਾਂ, ਹਮੇਸ਼ਾ ਹੱਕ 'ਚ ਰਹਾਂਗੇ। ਫੈਸਲਾ ਕਿਸਾਨਾਂ ਨੇ ਆਪ ਕਰਨਾ। ਕਿਉਂ ਕੀ ਕਰਦੇ? ਮੈਂ ਇਹ ਕਹਾਂ ਵੀ ਸਾਡੇ ਨਾਲ ਨੇ ਜੀ, ਕਿਹਦੇ ਨਾਲ ਨੇ, ਇਸ ਸਟੇਜ 'ਤੇ ਕੁਛ ਨਹੀਂ ਕਿਹਾ ਜਾ ਸਕਦਾ। ਉਹ ਆਪਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਹਾਲੇ 2022 ਦੀ ਇਲੈਕਸ਼ਨਾਂ ਦਾ ਕੁਛ ਨਹੀਂ। ਯਾਨੀ ਜਦੋਂ ਤੁਸੀਂ ਚੋਣਾਂ 'ਚ ਉਤਰੋਗੇ, ਕੁਛ ਏਜੰਡੇ ਲੈ ਕੇ ਉਤਰੋ, ਕਿਸਾਨਾਂ ਦੇ ਜਿਹੜੇ ਹੁਣ ਮਸਲੇ ਨੇ ਉਹ ਤਾਂ ਵਿੱਚ ਲਾਓਗੇ ਨਾ ਸਰ? ਉਹ ਤਾਂ ਸਾਰੇ ਲਵਾਂਗੇ ਜੀ। ਉਹ ਤਾਂ ਕਿਸਾਨੀ ਦਾ ਮਸਲਾ ਤਾਂ ਲੈਣਾ ਹੀ ਲੈਣਾ ਹੈ ਜੀ। ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ, ਇਹ ਕਿਸਾਨੀ ਦੇ ਮਸਲੇ ਤਾਂ ਹੋਰ ਵੀ ਬੜੇ ਨੇ ਪੰਜਾਬ ਦੇ, ਪਰ ਉਹ ਤਾਂ ਅਜੇ ਮੈਨੀਫੈਸਟੋ ਬਣਨੇ ਨੇ। ਲੇਕਿਨ ਇਹ ਤਾਂ ਮੁੱਦੇ ਨਹੀਂ ਛੱਡੇ ਜਾ ਸਕਦੇ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪੁਰਾਣੀ ਪਾਰਟੀ ਦੀ ਹੈ ਜਾਂ ਹੋਰ ਵੀ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਲਾ ਲਓ, ਸ਼੍ਰੋਮਣੀ ਅਕਾਲੀ ਦਲ 1920 ਲਓ, ਪੰਥਕ ਧਿਰਾਂ ਵੱਲੋਂ ਮੰਨਿਆ ਜਾਂਦਾ ਹੈ। ਤੁਹਾਡਾ ਵੀ ਪੰਥਕ ਏਜੰਡਾ ਰਹੇ ਜਿਵੇਂ? ਨਾ, ਅਸੀਂ ਤਾਂ ਇਹ ਇਸੇ ਤੋਂ ਵੱਖਰੇ ਹੋਏ ਕਿ ਉਹਨਾਂ ਨੇ ਪੰਥਕ ਏਜੰਡਾ ਛੱਡਤਾ ਜੀ। ਅਸੀਂ ਉਹ ਪੰਥਕ ਏਜੰਡਾ ਦੁਬਾਰਾ ਕਾਇਮ ਕਰਨਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਉਸੇ ਲਾਈਨ 'ਤੇ ਚੱਲਣਾ ਕਿ ਅਸੀਂ ਪੰਥਕ ਏਜੰਡੇ ਨੂੰ ਨਹੀਂ। ਪੰਥਕ ਏਜੰਡਾ ਦਾ ਮਤਲਬ ਇਹ ਨਹੀਂ ਹੈ ਕਿ ਪੰਥਕ ਏਜੰਡੇ ਨੇ ਕੋਈ ਇਕੱਲੇ ਸਿੱਖਾਂ ਲਈ ਹੈ। ਸਿੱਖਾਂ ਲਈ ਮਹੱਤਵਪੂਰਨ ਹੈ ਜੀ, ਲੇਕਿਨ ਸਮੁੱਚੇ ਪੰਜਾਬੀਆਂ ਲਈ ਹੈ, ਸਮੁੱਚੇ ਦੇਸ਼ ਵਾਸੀਆਂ ਲਈ ਹੈ। ਮੈਂ ਫਿਰ ਉਸੇ ਗੱਲ 'ਤੇ ਆਊਂਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸ਼੍ਰੋਮਣੀ ਅਕਾਲੀ ਦਲ 1920, ਉਹ ਵੀ ਕਾਫੀ ਚਿਰ ਸਮੇਂ ਤੋਂ ਸਿਆਸੀ ਗਲਿਆਰੇ ਦੇ ਵਿੱਚ ਹੈ। ਤੁਸੀਂ ਕੀ ਸਮਝਦੇ ਹੋ? ਤੁਸੀਂ ਉਹਨਾਂ ਦਾ ਹਜੇ ਕੋਈ ਮੇਰੇ ਹਿਸਾਬ ਨਾਲ ਸਿਆਸੀ ਹਾਜ਼ਰੀ ਨਹੀਂ ਲੱਗੀ, ਜਿਹਨੂੰ ਠੋਸ ਹਾਜ਼ਰੀ ਕਿਹਾ ਜਾ ਸਕਦਾ। ਅਤੇ ਤੁਸੀਂ ਇਹੋ ਜਿਹਾ ਵੱਖਰਾ ਜਾਂ ਇਹੋ ਜਿਹਾ ਨਵੇਕਲਾਪਨ 'ਚ ਕੀ ਲਿਆਓਗੇ ਏਜੰਡਿਆਂ ਦੇ ਵਿੱਚ ਜਿਹੜੇ ਲੋਕ ਤੁਹਾਡੀ ਗੱਲ ਸਮਝਣ? ਦੇਖੋ, ਪੰਥਕ ਹੋਵੇ, ਚਾਹੇ ਉਹ ਸਮਾਜਿਕ ਹੋਵੇ, ਅਤੇ ਚਾਹੇ ਕਿਸਾਨੀ ਦੇ ਨਾਲ ਜੁੜੀ ਹੋਵੇ। ਦੇਖੋ, ਅਸੀਂ ਬਣਾਵਾਂਗੇ ਕਮੇਟੀ ਜੀ। ਕਮੇਟੀ ਬਣੇਗੀ, ਉਹ ਏਜੰਡਾ ਸਾਰਾ ਤੈਅ ਕਰੇਗੀ ਜੀ। ਲੇਕਿਨ ਜਿਵੇਂ ਮੈਂ ਕਿਹਾ ਵੀ ਕਿਸਾਨੀ ਦਾ ਮੁੱਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ, ਬੇਅਦਬੀ ਦਾ ਮੁੱਦਾ ਹੈ, ਸ਼ਹੀਦਾਂ ਦੀ ਇਨਸਾਫ ਦਿਵਾਉਣ ਦੇ ਮੁੱਦੇ, ਇਹ ਤਾਂ ਮੁੱਦੇ ਹੈ ਹੀ ਹੈ ਜੀ। ਬਾਕੀ ਮੁੱਦੇ ਨੇ ਉਹ ਮੈਨੀਫੈਸਟੋ 'ਚ ਕਮੇਟੀ ਬਣਾਏਗੀ। ਮੇਰਾ ਕਹਿਣ ਦਾ ਮਤਲਬ ਉਹ ਦੋ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ 1920 ਜਾਂ ਅਕਾਲੀ ਦਲ ਅੰਮ੍ਰਿਤਸਰ ਹੈ, ਕਾਫੀ ਚਿਰ ਤੋਂ ਪੰਥਕ ਧਿਰ ਮੰਨਿਆ ਜਾਂਦਾ ਹੈ, ਪਰ ਉਹ ਕੋਈ ਵਿਸ਼ੇਸ਼ ਸਥਾਨ ਜਿਹੜਾ ਲੋਕਤੰਤਰ ਦੇ ਵਿੱਚ ਬਣਦਾ ਜਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਹਾਜ਼ਰੀ ਨਹੀਂ। ਦੇਖੋ, ਸ਼੍ਰੋਮਣੀ ਅਕਾਲੀ ਦਲ 1920 ਹੈ ਜਿਹੜਾ, ਹਾਂਜੀ, ਉਹਦੀ ਸਾਡੇ ਨਾਲ ਠੀਕ ਹੈ। ਹਾਂਜੀ। ਲੇਕਿਨ ਉਹਨਾਂ ਕਿਹਾ ਵੀ ਅਸੀਂ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਲੜਨੀ, ਅਸੀਂ ਰਾਜਨੀਤੀ ਵਿੱਚ ਨਹੀਂ ਆਉਣਾ ਜੀ। ਇਸ ਕਰਕੇ ਉਹਨਾਂ ਦਾ ਤਾਂ ਮਕਸਦ ਆਇਆ ਸੀ ਸਾਡੇ ਨਾਲ ਹੀ ਨੇ, ਅਸੀਂ IGPC ਇਕੱਠੇ ਲੜਾਂਗੇ, ਇਹ ਫੈਸਲਾ ਸਾਡਾ ਹੈਗਾ। ਫਿਰ 2022 ਦੀਆਂ ਚੋਣਾਂ ਦੇ ਵਿੱਚ ਤੁਸੀਂ 117 ਵਿਧਾਨ ਹਲਕਿਆਂ ਤੋਂ ਲੜੋਗੇ ਚੋਣ? ਨਹੀਂ, ਇਹ ਤਾਂ ਅੱਜ ਨਹੀਂ ਕਿਹਾ ਜਾ ਸਕਦਾ। ਇਹ ਵੀ ਤਿਆਰੀ ਤਾਂ ਨਹੀਂ, ਤਿਆਰੀ ਤਾਂ 117 ਦੀ ਹੋਏਗੀ। ਅੱਛਾ ਜੀ। ਪਰ ਕੱਲ੍ਹ ਨੂੰ ਲੋਕਾਂ ਦੇ ਵਿਸ਼ਵਾਸ ਦੇ ਨਾਲ ਤੁਰਨਾ, ਕੱਲ੍ਹ ਨੂੰ ਉਹਨੂੰ ਕਹਿਣਗੇ ਵੀ ਤੁਸੀਂ ਇਕੱਠੇ ਹੋ ਕੇ ਤੁਰੋ, ਕੋਈ ਹੋਰ ਪਾਰਟੀਆਂ ਨਾਲ ਬਣੋ, ਉਹ ਗੱਲ ਵੱਖਰੀ ਹੋਏਗੀ। ਲੇਕਿਨ ਤਿਆਰੀ ਸਾਡੀ ਸਾਰੀ ਜਗ੍ਹਾ ਹੋਏਗੀ।
ਪਿਛਲੇ ਦਿਨੀ ਤੁਹਾਡੀ ਚਰਚਾ ਚੱਲੀ ਸੀਗੀ ਆਮ ਆਦਮੀ ਪਾਰਟੀ ਨਾਲ ਮੀਟਿੰਗ ਦੀ ਵੀ ਚਰਚਾ ਚੱਲੀ। ਕੀ ਤੁਸੀਂ ਆਮ ਆਦਮੀ ਪਾਰਟੀ ਨਾਲ, ਖੈਰ ਤੁਸੀਂ ਉਹਦੀ ਕਹਿਤਾ ਸੀ ਵੀ ਸਾਡੀ ਕੋਈ ਸੰਭਾਵਨਾ ਨਹੀਂ, ਤੁਹਾਨੂੰ ਲੱਗਦਾ ਵੀ ਜਿਹੜੇ ਚੁਣਾਵ ਨੇ 2022 ਦੇ ਵਿੱਚ ਤੁਹਾਨੂੰ ਕਿਸੇ ਨਾਲ ਪਾਰਟੀ ਨਾਲ ਮਿਲ ਕੇ ਲੜਨੇ ਚਾਹੀਦੇ ਨੇ ਜਾਂ ਜ਼ਰੂਰਤ ਹੈ? ਇਹ ਦੇਖੋ, ਅਸੀਂ ਨਹੀਂ ਕਹਿ ਰਹੇ, ਅਸੀਂ ਤਾਂ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ, ਲੋਕ ਇਹ ਚਾਹੁੰਦੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਲੜੀਏ। ਹੁਣ ਕੌਣ ਆਉਂਦੇ ਸਾਡੇ ਨਾਲ, ਅਸੀਂ ਇਕੱਠੇ ਕਿਵੇਂ ਲੜਦੇ, ਉਹ ਅੱਜ ਨਹੀਂ ਕਿਹਾ ਜਾ ਸਕਦਾ ਕੁਛ। ਸੰਭਾਵਨਾਵਾਂ ਤਾਂ ਹੈ ਨਾ ਕਿਸੇ ਨਾਲ ਲੜ ਕੇ? ਸੰਭਾਵਨਾ ਤਾਂ ਕੁਦਰਤੀ ਹੁੰਦੀ ਹੈ, ਇਹ ਤਾਂ ਸਾਰੀਆਂ ਪਾਰਟੀਆਂ 'ਚ ਹੁੰਦੀ ਹੈ ਸੰਭਾਵਨਾ ਤਾਂ, ਕਿ ਕੌਣ ਕਿਹਦੇ ਨਾਲ ਕੱਲ੍ਹ ਨੂੰ ਇਕੱਠੇ ਹੋ ਕੇ ਲੜ ਸਕਦੇ। ਫਿਰ ਆਪਾਂ ਦੂਸਰੀ ਗੱਲ ਕਰੀਏ ਕਿ ਜਿਹੜਾ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਆਪਾਂ ਜੇ ਮੰਨੀਏ ਵੀ ਤੁਸੀਂ ਚੋਣਾਂ ਤਾਂ ਲੜਨੀ ਹੀ ਲੜਨੀ ਹੈ, ਉਹ 'ਚ ਕਿੰਨੇ ਫੀਸਦੀ ਨੌਜਵਾਨਾਂ ਦੀ ਭਾਗੀਦਾਰੀ ਮੰਨੀ ਜਾਵੇ? ਜ਼ਿਆਦਾਤਰ ਇਹ ਇਤਰਾਜ਼ ਰਹਿੰਦਾ ਹੈ ਕਿ ਨੌਜਵਾਨਾਂ ਨੂੰ ਉਨੀ ਭਾਗੀਦਾਰੀ ਮਿਲਦੀ ਨਹੀਂ। ਸਾਡੀ ਮੈਜੋਰਿਟੀ ਨੌਜਵਾਨਾਂ ਦੀ ਹੋਏਗੀ ਜੀ, ਇੰਨਾ ਮੈਂ ਕਹਿ ਸਕਦਾ। ਵੈਸੇ ਫੈਸਲਾ ਪਾਰਟੀ ਨੇ ਕਰਨਾ ਹੁੰਦਾ, ਹਾਂਜੀ, ਕਿਉਂਕਿ ਕਈ ਕਿਲੇ ਦੇਖਣਾ ਹੁੰਦਾ, ਜਿੱਤਣ ਵਾਲਾ ਕੈਂਡੀਡੇਟ ਵੀ ਦੇਖਣਾ, ਉਹਦਾ ਪਿਛੋਕੜ ਵੀ ਦੇਖਣਾ ਹੁੰਦਾ ਤੇ ਲੇਕਿਨ ਮੈਂ ਇੰਨਾ ਕਹਿ ਸਕਦਾ ਕਿ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਵੱਡੀ ਹੋਏਗੀ। ਹੁਣ ਪਾਰਟੀ ਦਾ ਹਜੇ ਜਥੇਬੰਦਕ ਢਾਂਚਾ ਪੂਰਾ ਐਲਾਨਿਆ ਨਹੀਂ ਗਿਆ, ਕਦੋਂ ਤੱਕ ਐਲਾਨਣ ਦੀ ਸੰਭਾਵਨਾ? 2-4 ਦਿਨ 'ਚ ਹੋ ਜਾਏਗੀ, 2-3 ਦਿਨ 'ਚ, 2-4 ਦਿਨ 'ਚ ਹੋ ਜਾਏਗਾ, ਕੋਈ ਐਸੀ ਗੱਲ। ਸੰਭਾਵਿਤ ਮੰਨਿਆ ਜਾ ਸਕਦਾ ਦੂਸਰੇ ਧਿਰਾਂ 'ਚੋਂ ਵੀ ਆ ਸਕਦੇ ਨੇਗੇ ਲੀਡਰ? ਉਹ ਅੱਜ ਨਹੀਂ ਕਹਿ ਸਕਦੇ, ਉਹ ਅੱਜ ਅਸੀਂ ਦੋਨੋਂ ਇਕੱਠੇ ਹੋ ਕੇ ਢਾਂਚਾ ਬਣਾਉਣਾ ਹੈ। ਉਸ ਤੋਂ ਬਾਅਦ ਕੌਣ ਆਉਂਦਾ ਕੌਣ ਨਹੀਂ ਆਉਂਦਾ, ਉਹ ਤਾਂ ਸਾਡਾ ਅਜੇ ਨਹੀਂ, ਅਸੀਂ ਆਪਦੇ ਤੌਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਯਤਨ ਕਰਾਂਗੇ। ਇਹ ਸਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ, ਜੋ ਕਹਿ ਰਹੇ ਨੇ ਕਿ ਪੰਥਕ ਮਸਲਿਆਂ ਤੋਂ ਜਿਹੜੀ ਪਾਰਟੀ ਮੂੰਹ ਫੇਰ ਗਈ ਸੀ, ਇਸੇ ਕਰਕੇ ਅਸੀਂ ਉਹਨਾਂ ਤੋਂ ਵੱਖਰੇ ਹੋ ਕੇ ਪੰਥਕ ਮਸਲਿਆਂ ਨੂੰ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦੀ ਸਥਾਪਨਾ ਕੀਤੀ ਹੈ। ਪਹਿਲਾਂ ਇਹਨੇ ਡੈਮੋਕ੍ਰੇਟਿਕ ਬਣਾਇਆ ਸੀ, ਹੁਣ ਦੋ ਧਿਰਾਂ ਇਕੱਠੀਆਂ ਹੋ ਗਈਆਂ ਨੇ ਜੇ ਸੰਯੁਕਤ ਬਣਾਇਆ ਗਿਆ ਹੈ। ਅਤੇ ਨਿਸ਼ਾਨ ਦੀ ਗੱਲ ਕੀਤੀ ਹੈ ਕਿ ਉਹ ਨਿਸ਼ਾਨ ਦਾ ਹਜੇ ਚੱਲ ਰਿਹਾ ਹੈ। ਐਤਕੀ ਇਹਨਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਭਾਗੀਦਾਰੀ ਕਾਫੀ ਹੱਦ ਤੱਕ ਜ਼ਿਆਦਾ ਦਿੱਤੀ ਜਾਊਗੀ ਪਹਿਲਾਂ ਦੇ ਮੁਕਾਬਲੇ। ਦੂਸਰੇ ਜਿਹੜੇ ਮਸਲਿਆਂ ਦੀ, ਜੇ ਆਪਾਂ ਚੋਣਾਂ 'ਚ ਲੜਨ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਹਜੇ ਥੋੜ੍ਹਾ ਜਿਹਾ ਸਮੇਂ ਤੋਂ ਪਹਿਲਾਂ ਹੋਊਗਾ ਕਹਿਣਾ ਕਿ ਕਿਸ ਪਾਰਟੀ ਨਾਲ, ਕਿਸ ਜਥੇਬੰਦਕ ਸਿਸਟਮ ਨਾਲ ਸਾਡੀ ਕੋਈ ਸਾਂਝ ਬਣਦੀ ਹੈ ਜਿਹਦੇ ਨਾਲ ਰਲ ਕੇ ਅਸੀਂ ਕਰਦੇ ਹਾਂ, ਉਹ ਹਜੇ ਕਹਿਣਾ ਐਡਵਾਂਸ ਹੋਊਗਾ, ਸਮੇਂ ਤੋਂ ਪਹਿਲਾਂ ਹੋਊਗਾ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਬਾਈਬਲ ਕਾਂਡ, ਕੋਟਪੂਰਾ ਗੋਲੀ ਕਾਂਡ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹ ਮਸਲਿਆਂ ਦੇ ਨਾਲ ਜਿਹੜੇ ਏਜੰਡੇ ਕਿਸਾਨੀ ਨਾਲ ਜੁੜੇ ਵੀ ਹੋਣਗੇ, ਸਮਾਜ ਨਾਲ ਵੀ ਜੁੜੇ ਹੋਣਗੇ, ਇਹ ਨਵੇਂ ਏਜੰਡੇ ਲੈ ਕੇ ਉਹ ਲੋਕ ਸਭਾ ਚੋਣਾਂ 'ਚ ਉਤਰਨਗੇ। 117 ਸੀਟਾਂ 'ਤੇ ਲੜਦੇ ਹੈ ਜਾਂ ਕੁਛ ਚੋਣਵੀਆਂ ਸੀਟਾਂ 'ਤੇ ਲੜਦੇ ਹੈ, ਇਹ ਹਜੇ ਉਸ ਸਮੇਂ 'ਤੇ ਹੀ ਦੱਸਿਆ ਜਾਊਗਾ ਜਾਂ ਸਮੇਂ 'ਤੇ ਹੀ ਪਤਾ ਲੱਗੇਗਾ। ਦੇਖਦੇ ਹਾਂ ਆਉਣ ਵਾਲੇ ਵਿਧਾਨ ਸਭਾ ਚੁਣਾਵਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋਏ ਵੱਡੇ ਅਹਿਮ ਆਗੂ ਲੋਕਾਂ ਲਈ, ਪੰਜਾਬ ਦੇ ਸਿੱਖਾਂ ਲਈ ਕਿਹੜੇ ਨਵੇਂ ਪੰਥਕ ਮਸਲੇ ਲੈ ਕੇ ਆਉਂਦੇ ਨੇ, ਜਾਂ ਬੇਅਦਬੀ ਦੇ ਮਾਮਲੇ ਜਾਂ ਹੋਰ ਜਿਹੜੇ ਸਿਸਟਮ ਚੱਲ ਰਹੇ ਨੇ ਉਹਨੂੰ ਕਿਵੇਂ ਦੇਖਦੇ ਆ, ਕਿਵੇਂ ਲੋਕਾਂ 'ਚ ਆਪਦੀ ਮੌਜੂਦਗੀ ਦਰਜ ਕਰਦੇ ਨੇ, ਇਹ ਸਮੇਂ ਆਉਣ 'ਤੇ ਪਤਾ ਚੱਲੇਗਾ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।